ਸਤਿ ਸ਼੍ਰੀ ਅਕਾਲ ਵੀਅਰਸ, ਮੈਂ ਹਰਮਿੰਦਰ ਸਿੰਘ ਅੱਜ ਫੇਰ ਹਾਜ਼ਰ ਹਾਂ। ਆਓ ਸਮਝੇਂ ਦੇ ਇੱਕ ਹੋਰ ਐਪੀਸੋਡ ਨਾਲ। ਸਾਡੇ ਨਾਲ ਹੈ ਗੁਰਿੰਦਰਪ੍ਰੀਤ ਕੌਰ ਜੋ ਕਿ ਕਲੀਨਿਕਲ ਸੋਸ਼ਲ ਵਰਕਰ ਨੇ। ਆਪਾਂ ਅੱਜ ਫੇਰ ਇੱਕ ਹੋਰ ਮਾਨਸਿਕ ਰੋਗ ਨਾਲ ਹਾਜ਼ਰ ਹੈ ਜਿਹਦਾ ਨਾਮ ਹੈ ਬਾਈਪੋਲਰ ਡਿਸਆਰਡਰ। ਹੈਲੋ ਗੁਰਿੰਦਰ ਮੈਮ, ਆਪਾਂ ਪਿਛਲੀ ਵਾਰੀ ਜਦੋਂ ਮਿਲੇ ਸੀਗੇ ਤੇ ਆਪਾਂ ਡਿਸਕਸ ਕੀਤਾ ਸੀਗਾ ਬਾਈਪੋਲਰ ਡਿਸਆਰਡਰ ਬਾਰੇ। ਤੁਸੀਂ ਦੱਸਿਆ ਸੀਗਾ ਕਿ ਇਹ ਜਿਹੜਾ ਬਿਮਾਰੀ ਹੈ ਬਹੁਤ ਆਮ ਹੈ ਪਰ ਇਹਦੇ ਬਾਰੇ ਅਵੇਅਰਨੈਸ ਬਹੁਤ ਘੱਟ ਹੈ। ਤੁਸੀਂ ਮਾੜਾ ਜਿਹਾ ਵਿਸਤਾਰ 'ਚ ਦੱਸੋਗੇ ਕਿ ਇਹ ਹੁੰਦਾ ਕੀ ਹੈ? ਜੀ ਬਿਲਕੁਲ ਸਰ। ਜਿਹੜੀ ਇਹ ਬਾਈਪੋਲਰ ਡਿਸਆਰਡਰ ਨਾਮ ਦੀ ਬਿਮਾਰੀ ਹੈ, ਇਹ ਇੱਕ ਕਾਫੀ ਸੀਰੀਅਸ ਮਾਨਸਿਕ ਬਿਮਾਰੀ ਹੈ। ਇਹ ਬਿਮਾਰੀ ਵਿਅਕਤੀ ਦੇ ਇਮੋਸ਼ਨਸ, ਭਾਵਨਾਵਾਂ ਤੇ ਮਨ ਦੇ ਨਾਲ ਸੰਬੰਧਿਤ ਹੈ। ਆਪਾਂ ਨਾਰਮਲ ਆਪਣੀ ਜ਼ਿੰਦਗੀ ਵਿੱਚ ਵੇਖਦੇ ਹਾਂ ਕਿ ਡਿਫਰੈਂਟ ਇਮੋਸ਼ਨਸ ਆਪਾਂ ਐਕਸਪੀਰੀਅੰਸ ਕਰਦੇ ਹਾਂ। ਗੁੱਸਾ ਆਉਣਾ, ਚੰਗਾ ਮਹਿਸੂਸ ਕਰਨਾ, ਚਿੜਚਿੜਾਪਨ ਹੋ ਜਾਣਾ ਜਾਂ ਫਿਰ ਦੁਖੀ ਹੋ ਜਾਣਾ ਨਾਰਮਲ ਇਮੋਸ਼ਨਸ ਹੈ। ਬਟ ਜਦੋਂ ਮੈਂ ਬਿਮਾਰੀ ਬਾਰੇ ਗੱਲ ਕਰਦੀ ਹਾਂ, ਇਹ ਜਿਹੜੇ ਚੇਂਜਸ ਨੇ ਮਨ ਵਿੱਚ ਆਉਂਦੇ ਨੇ ਜਾਂ ਮਨ ਦੇ ਜਿਹੜੇ ਇਮੋਸ਼ਨਸ ਹੈ, ਇਹ ਕਾਫੀ ਜ਼ਿਆਦਾ ਇੰਟੈਂਸਿਟੀ ਨਾਲ ਆਉਂਦੇ ਨੇ, ਕਾਫੀ ਗਹਿਰੇ ਤਰੀਕੇ ਨਾਲ ਆਉਂਦੇ ਨੇ। ਜਿਵੇਂ ਕਿ ਆਪਾਂ ਨੂੰ ਨਾਮ ਸੁਜੈਸਟ ਕਰਦਾ ਬਾਈਪੋਲਰ ਡਿਸਆਰਡਰ। ਬਾਈ ਦਾ ਮਤਲਬ ਦੋ ਪੋਲਸ, ਤੇ ਇਹ ਜਿਹੜੇ ਦੋ ਪੋਲਸ ਹੈ ਇਹਨਾਂ ਨੂੰ ਮੇਨੀਆ ਤੇ ਡਿਪਰੈਸ਼ਨ ਕਿਹਾ ਜਾਂਦਾ। ਜਦੋਂ ਕਿਸੇ ਵਿਅਕਤੀ ਨੂੰ ਬਿਮਾਰੀ ਆਉਂਦੀ ਹੈ ਤਾਂ ਅਗਰ ਮੇਨੀਆ ਦੀ ਬਿਮਾਰੀ ਆਉਂਦੀ ਹੈ ਤਾਂ ਉਹਦਾ ਡਾਇਗਨੋਸਿਸ ਬਣਾਉਣ ਲਈ ਕੁਝ ਮਿਨੀਮਮ 7 ਦਿਨ ਦੇ ਵਿੱਚ ਉਵੇਂ ਦੇ ਲੱਛਣ ਰਹਿਣੇ ਬਹੁਤ ਜ਼ਰੂਰੀ ਹੁੰਦੇ ਨੇ। ਡਿਪਰੈਸ਼ਨ ਦੇ ਵਿੱਚ 2 ਹਫ਼ਤੇ ਲਈ ਜਿਹੜੇ ਮੈਂ ਲੱਛਣ ਡਿਸਕਸ ਕਰਾਂਗੀ ਉਹ ਰਹਿਣੇ ਜ਼ਰੂਰੀ ਹੈ ਇੱਕ ਡਾਇਗਨੋਸਿਸ ਬਣਾਉਣ ਵਾਸਤੇ। ਤੇ ਇਹ ਜਿਹੜੀ ਬਿਮਾਰੀ ਹੈ ਐਪੀਸੋਡਸ ਦੇ ਵਿੱਚ ਆਉਂਦੀ ਹੈ। ਇਵੇਂ ਨਹੀਂ ਹੈ ਕਿ ਬਿਮਾਰੀ ਹਮੇਸ਼ਾ ਹੀ ਚੱਲਦੀ ਰਹੇਗੀ। ਐਪੀਸੋਡਸ ਤੋਂ ਭਾਵ ਹੈ ਕਿ ਬਿਮਾਰੀ ਆਏਗੀ, ਵਿਅਕਤੀ ਕੁਝ ਸਮੇਂ ਲਈ ਠੀਕ ਰਹਿ ਸਕਦਾ, ਫਿਰ ਉਸ ਤੋਂ ਬਾਅਦ ਉਹਨੂੰ ਦੁਬਾਰਾ ਬਿਮਾਰੀ ਆ ਸਕਦੀ ਹੈ, ਫਿਰ ਕੁਝ ਸਮੇਂ ਲਈ ਠੀਕ ਰਹੂਗਾ ਤੇ ਆ ਸਕਦੀ। ਇਸ ਤੋਂ ਇਹ ਮਤਲਬ ਬੇਸਿਕਲੀ ਆਪਣੀ ਐਪੀਸੋਡ ਦੀ ਅੰਡਰਸਟੈਂਡਿੰਗ ਵਾਸਤੇ। ਇੱਦਾਂ ਨਹੀਂ ਹੈ ਕਿ ਹਮੇਸ਼ਾ ਬਿਮਾਰੀ ਕੰਟੀਨਿਊਸ ਰਹਿੰਦੀ ਹੈ। ਜਦੋਂ ਵਿਅਕਤੀ ਠੀਕ ਹੋ ਜਾਂਦਾ ਤਾਂ ਉਹ ਬਿਲਕੁਲ ਨਾਰਮਲ, ਆਪਣੀ ਨਾਰਮਲ ਫੰਕਸ਼ਨਿੰਗ ਤੇ ਨਾਰਮਲ ਲਾਈਫ ਤੇ ਨਾਰਮਲ ਮੂਡ ਤੇ ਵਾਪਸ ਆ ਜਾਂਦਾ। ਤੇ ਜਦੋਂ ਮੈਂ ਗੱਲ ਕਰ ਰਹੀ ਹਾਂ ਇਸ ਬਿਮਾਰੀ ਬਾਰੇ, ਇੱਕ ਹੋਰ ਚੀਜ਼ ਸਮਝਣੀ ਜ਼ਰੂਰੀ ਹੈ। ਇੱਦਾਂ ਵੀ ਹੋ ਸਕਦਾ ਕਿ ਜਦੋਂ ਬਿਮਾਰੀ ਆਈ ਤਾਂ ਇੱਕ ਵਾਰ ਮੇਨੀਆ ਆਇਆ, ਅਗਲੀ ਵਾਰ ਡਿਪਰੈਸ਼ਨ ਆਵੇ, ਜਾਂ ਫਿਰ ਹਰ ਵਾਰ ਮੇਨੀਆ ਵੀ ਆ ਸਕਦਾ, ਉਦੋਂ ਵੀ ਇਹ ਬਾਈਪੋਲਰ ਡਿਸਆਰਡਰ ਹੀ ਹੋਵੇਗਾ। ਹੁਣ ਜਦੋਂ ਮੈਂ ਮੇਨੀਆ ਦੀ ਗੱਲ ਕਰ ਰਹੀ ਹਾਂ ਤਾਂ ਥੋੜ੍ਹਾ ਜਿਹਾ ਮੇਨੀਆ ਦੇ ਲੱਛਣ ਸਮਝ ਲੈਂਦੇ ਹਾਂ ਕਿ ਐਗਜ਼ੈਕਟਲੀ ਮੇਨੀਆ 'ਚ ਕੀ ਹੁੰਦਾ। ਮੇਨੀਆ ਦੇ ਵਿੱਚ ਵਿਅਕਤੀ ਨੂੰ ਆਪਣੀ ਬੋਡੀ 'ਚ ਬਹੁਤ ਐਨਰਜੀ ਮਹਿਸੂਸ ਹੁੰਦੀ ਹੈ, ਮਨ ਬਹੁਤ ਹੀ ਜ਼ਿਆਦਾ ਖੁਸ਼ ਰਹਿੰਦਾ, ਹਮੇਸ਼ਾ ਖੁਸ਼ ਰਹਿਣਾ, ਬਹੁਤ ਐਨਰਜੀ ਮਹਿਸੂਸ ਕਰਨਾ, ਨੀਂਦ ਬਹੁਤ ਘੱਟ ਆਉਣੀ, ਬਹੁਤ ਤੁਰਦੇ ਫਿਰਦੇ ਰਹਿਣਾ, ਖਾਣ 'ਚ ਵੀ ਬਹੁਤ ਬਦਲਾਵ ਆ ਜਾਂਦਾ, ਭੁੱਖ 'ਚ ਬਹੁਤ ਬਦਲਾਵ ਆਉਂਦਾ। ਕਹਿਣ ਦਾ ਭਾਵ ਹੈ ਕਿ ਵਿਅਕਤੀ ਨੂੰ, ਕਈਆਂ ਨੂੰ ਤਾਂ ਭੁੱਖ ਬਿਲਕੁਲ ਘੱਟ ਲੱਗਣੀ ਸ਼ੁਰੂ ਹੋ ਜਾਂਦੀ ਹੈ ਜਾਂ ਫਿਰ ਕਈਆਂ ਨੂੰ ਕੁਝ ਜ਼ਿਆਦਾ ਲੱਗਣੀ ਸ਼ੁਰੂ ਹੋ ਜਾਂਦੀ ਹੈ। ਵਿਅਕਤੀ ਗੱਲ ਬਹੁਤ ਜ਼ਿਆਦਾ ਕਰਦੇ ਹੈ ਇਸ ਦੇ ਦੌਰਾਨ। ਇਨਫੈਕਟ ਕਈ ਪੇਸ਼ੈਂਟਸ ਨੂੰ ਜਿਨ੍ਹਾਂ ਨੂੰ ਬਹੁਤ ਸੀਵੀਅਰ ਐਪੀਸੋਡ ਹੁੰਦਾ ਮੇਨੀਆ ਦਾ, ਉਹਦੇ ਵਿੱਚ ਉਹਨਾਂ ਦੇ ਵਿਚਾਰ ਹੈ ਜਿਹੜੇ ਉਹ ਕਾਫੀ ਰਿਲੀਜੀਅਸ ਹੋ ਜਾਂਦੇ ਆ, ਧਾਰਮਿਕ ਗੱਲਾਂ ਬਹੁਤ ਜ਼ਿਆਦਾ ਕਰਨੀਆਂ ਸ਼ੁਰੂ ਕਰ ਦਿੰਦੇ ਆ। ਔਰ ਇਹ ਨਹੀਂ ਹੈ ਕਿ ਉਹ ਪਹਿਲਾਂ ਵੀ ਹਮੇਸ਼ਾ ਧਾਰਮਿਕ ਗੱਲਾਂ ਕਰਦੇ ਹੋਣ। ਹੋ ਸਕਦਾ ਹੈ ਕਿ ਵਿਅਕਤੀ ਬਿਲਕੁਲ ਵੀ ਧਾਰਮਿਕ ਨਾ ਹੋਵੇ, ਕਦੇ ਰੱਬ ਬਾਰੇ ਗੱਲ ਵੀ ਨਾ ਕਰਦਾ ਹੋਵੇ, ਬਟ ਇਸ ਦੇ ਦੌਰਾਨ ਬਹੁਤ ਜ਼ਿਆਦਾ ਧਾਰਮਿਕ ਵਿਚਾਰ ਆ ਜਾਣਾ ਨਾਰਮਲ ਹੈ ਇਸ ਬਿਮਾਰੀ ਦੇ ਦੌਰਾਨ। ਇਨਫੈਕਟ ਕਈ ਵਾਰ ਹੈਲੂਸੀਨੇਸ਼ਨ, ਡਿਲਿਊਜ਼ਨ, ਇਹ ਤੱਕ ਵੀ ਇਸ ਬਿਮਾਰੀ ਦੇ ਵਿੱਚ ਆ ਜਾਂਦੇ ਨੇ। ਇਸ ਦੇ ਨਾਲ ਨਾਲ ਇਹ ਵੀ ਦੇਖਿਆ ਜਾਂਦਾ ਕਿ ਵਿਅਕਤੀ ਬਹੁਤ ਜ਼ਿਆਦਾ ਰਿਸਕ ਬਿਹੇਵੀਅਰ 'ਚ ਇਨਵੋਲਵ ਹੋ ਜਾਂਦਾ। ਕਈ ਵਾਰ ਗੱਡੀ ਬਹੁਤ ਤੇਜ਼ ਚਲਾਉਣਾ, ਪੈਸਾ ਬਹੁਤ ਖਰਚ ਕਰਨਾ, ਪੈਸਾ ਇੰਨਾ ਖਰਚ ਕਰਨਾ, ਕਈ ਵਾਰ ਵਿਅਕਤੀ ਆਪਣੇ ਅਕਾਊਂਟ ਤੱਕ ਖਾਲੀ ਕਰ ਦਿੰਦਾ। ਕਿਸੇ ਨੇ ਪੈਸਾ ਮੰਗਿਆ, ਦੇਤਾ, ਗਰੀਬਾਂ ਨੂੰ ਦਾਨ ਕਰਤਾ। ਇਸ ਤਰੀਕੇ ਨਾਲ ਇਹ ਚੀਜ਼ਾਂ ਵੀ ਕਾਫੀ ਆਮ ਦੇਖੀਆਂ ਜਾਂਦੀਆਂ ਨੇ ਮੇਨੀਆ ਦੇ ਐਪੀਸੋਡ ਦੇ ਦੌਰਾਨ। ਹੁਣ ਗੱਲ ਕਰਦੇ ਹਾਂ ਡਿਪਰੈਸ਼ਨ ਦੀ। ਡਿਪਰੈਸ਼ਨ ਟੋਟਲੀ ਓਪੋਜ਼ਿਟ ਹੈ ਮੇਨੀਆ ਦੇ। ਜਿਵੇਂ ਮੇਨੀਆ 'ਚ ਬਹੁਤ ਤੇਜ਼ੀ ਸੀ, ਇਹਦੇ ਵਿੱਚ ਬਿਲਕੁਲ ਉਲਟਾ ਹੋ ਜਾਏਗਾ। ਉਦਾਸੀ ਜ਼ਿਆਦਾ ਆਏਗੀ, ਸਰੀਰ 'ਚ ਐਨਰਜੀ ਦੀ ਕਮੀ ਹੋ ਜਾਏਗੀ, ਘਾਟ ਹੋ ਜਾਏਗੀ, ਕਿਸੇ ਚੀਜ਼ 'ਤੇ ਕੌਨਸਨਟਰੇਟ ਨਹੀਂ ਕਰ ਪਾਊਗਾ, ਧਿਆਨ ਨਹੀਂ ਲਗਾ ਪਾਊਗਾ, ਅਚਾਨਕ ਹੀ ਰੋਣਾ ਸ਼ੁਰੂ ਕਰ ਦੇਣਾ, ਕੰਮ ਕਰਨ 'ਚ ਜੀ ਨਾ ਲੱਗਣਾ, ਜਿਹੜੀ ਚੀਜ਼ਾਂ 'ਚ ਆਮ ਵਿਅਕਤੀ ਦੀ ਰੁਚੀ ਹੋਵੇ ਉਹ ਕੰਮ ਵੀ ਸਹੀ ਤਰੀਕੇ ਨਾਲ ਨਾ ਕਰ ਪਾਉਣਾ, ਜਲਦੀ ਥਕਾਵਟ ਹੋ ਜਾਣਾ, ਮਰਨ ਦੇ ਵਿਚਾਰ ਆਉਣਾ ਸ਼ੁਰੂ ਹੋ ਜਾਣਾ। ਕਈ ਵਾਰ ਤਾਂ ਸੁਸਾਈਡਲ ਅਟੈਂਪਟ ਵੀ ਹੋ ਜਾਂਦਾ। ਇੱਕ ਵਾਰ ਸੁਸਾਈਡ ਵਿਅਕਤੀ ਕਰ ਵੀ ਲੈਂਦੇ ਨੇ ਕਈ ਵਾਰ ਡਿਪਰੈਸ਼ਨ ਦੇ ਐਪੀਸੋਡ ਦੇ ਦੌਰਾਨ। ਤੇ
ਇਸ ਤਰੀਕੇ ਦੇ ਵਿਚਾਰ ਰਹਿਣਾ ਕਿ ਮੈਂ ਬੇਕਾਰ ਹਾਂ, ਮੇਰੀ ਕੋਈ ਮਦਦ ਨਹੀਂ ਕਰ ਸਕਦਾ, ਜ਼ਿੰਦਗੀ ਵਿੱਚ ਅੱਗੇ ਕੁਝ ਨਹੀਂ ਰਹਿ ਗਿਆ। ਇਸ ਤਰੀਕੇ ਦੇ ਵਿਚਾਰ ਵੀ ਕਾਫੀ ਆਮ ਹੈ ਇਸ ਬਿਮਾਰੀ ਦੇ ਵਿੱਚ ਦੇਖਣੇ। ਇਹ ਕਾਫੀ ਦਿਲਚਸਪ ਸੀਗਾ। ਗੁਰਿੰਦਰ ਜੀ, ਤੁਸੀਂ ਮੈਨੂੰ ਇਹ ਦੱਸ ਸਕਦੇ ਹੋ ਕਿ ਇਹਨਾਂ ਦੇ ਕਾਰਨ ਕੀ ਹੁੰਦੇ ਨੇ? ਬਿਲਕੁਲ ਸਰ। ਜਦੋਂ ਆਪਾਂ ਬਾਈਪੋਲਰ ਡਿਸਆਰਡਰ ਦੀ ਗੱਲ ਕਰਦੇ ਹਾਂ, ਅਗੇਨ ਬਾਇਓਸਾਈਕੋਸੋਸ਼ਲ ਮਾਡਲ ਹੈ ਜਿਹੜਾ ਸਰੀਰਕ, ਮਾਨਸਿਕ ਤੇ ਸਮਾਜਿਕ ਜਿਹੜੇ 3 ਕਾਰਨ ਮਿਲ ਕੇ ਅਗੇਨ ਬਿਮਾਰੀ ਨੂੰ ਬਣਾਉਂਦੇ ਨੇ। ਤੇ ਅਗਰ ਮੈਂ ਬਾਇਓਲੋਜੀਕਲ ਕਾਰਨਾਂ ਦੀ ਗੱਲ ਕਰਦੀ ਹਾਂ ਤਾਂ ਇਸ ਦੇ ਵਿੱਚ ਵੀ ਦਿਮਾਗ ਵਿੱਚ ਕੁਝ ਰਸਾਇਣਿਕ ਜਿਹੜੇ ਬਦਲਾਵ ਹੈ ਉਹਨਾਂ ਕਰਕੇ ਬਿਮਾਰੀ ਆ ਜਾਂਦੀ ਹੈ। ਜਦੋਂ ਮੈਂ ਮੇਨੀਆ ਦੇ ਤੇਜ਼ੀ ਦੇ ਐਪੀਸੋਡ ਦੀ ਗੱਲ ਕਰਦੀ ਹਾਂ, ਉਸ ਸਮੇਂ ਜਿਹੜਾ ਕੈਮੀਕਲ ਹੈ ਡੋਪਾਮਾਈਨ ਦੀ ਮਾਤਰਾ ਬ੍ਰੇਨ ਦੇ ਵਿੱਚ ਵੱਧ ਜਾਂਦੀ ਹੈ, ਜਿਹਦੇ ਕਰਕੇ ਐਪੀਸੋਡ ਹੋ ਜਾਂਦਾ। ਤਾਂ ਜਿਹੜੇ ਰਸਾਇਣਿਕ ਬਦਲਾਵ ਹੈ ਇਹ ਬਿਮਾਰੀ ਨੂੰ ਲੈ ਕੇ ਆਉਣ ਵਿੱਚ ਕਾਫੀ ਜ਼ਿਆਦਾ ਇਹਨਾਂ ਦਾ ਯੋਗਦਾਨ ਰਹਿੰਦਾ। ਹੁਣ ਅਗਰ ਇਹ ਬਿਮਾਰੀ ਆਲਰੇਡੀ ਕਿਸੇ ਨੂੰ ਪਰਿਵਾਰ ਵਿੱਚ ਹੋਵੇ ਫਿਰ ਵੀ ਇਹਦੇ ਹੋਣ ਦਾ ਜਿਹੜਾ ਚਾਂਸ ਹੈ ਉਹ ਕਾਫੀ ਵੱਧ ਜਾਂਦਾ। ਤੇ ਹੁਣ ਅਗਰ ਮੈਂ ਸਮਾਜਿਕ ਕਾਰਨਾਂ ਦੀ ਗੱਲ ਕਰਾਂ, এনवायरमेंटल ਫੈਕਟਰਸ ਵੀ ਲਗਾ ਲਵਾਂ ਕਿ ਵਿਅਕਤੀ ਨੂੰ ਬਹੁਤ ਜ਼ਿਆਦਾ ਸਟ੍ਰੈਸ ਚੱਲ ਰਿਹਾ ਲਾਈਫ ਦੇ ਵਿੱਚ, ਤਾਂ ਉਹ ਵੀ ਇਸ ਬਿਮਾਰੀ ਨੂੰ ਟ੍ਰਿਗਰ ਕਰ ਸਕਦਾ, ਇਹਦਾ ਹੋਣ ਦਾ ਰਿਸਕ ਵਧਾ ਸਕਦਾ। ਪਰ ਨਾਲ ਹੁਣ ਮਾਨਸਿਕ ਕਾਰਨ ਵੀ ਇੱਕ ਇੰਪੋਰਟੈਂਟ ਰੋਲ ਪਲੇ ਕਰੇਗਾ ਕਿ ਵਿਅਕਤੀ ਦੀ ਪਰਸਨੈਲਿਟੀ ਕਿਸ ਤਰੀਕੇ ਦੀ ਹੈ, ਉਹ ਸਟ੍ਰੈਸ ਨੂੰ ਸਹੀ ਤਰੀਕੇ ਨਾਲ ਡੀਲ ਕਰ ਪਾਉਂਦਾ, ਕੋਪ ਕਰ ਪਾਉਂਦਾ ਜਾਂ ਨਹੀਂ ਕਰ ਪਾਉਂਦਾ। ਤਾਂ ਇਹ ਜਿਹੜੇ ਫੈਕਟਰਸ ਹੈ ਇਹ ਮਿਲ ਕੇ ਇਸ ਬਿਮਾਰੀ ਦਾ ਕਾਜ਼ ਬਣਦੇ ਨੇ। ਇੱਦਾਂ ਨਹੀਂ ਹੋਏਗਾ ਇਕੱਲਾ ਬਾਇਓਲੋਜੀਕਲ ਕਾਰਨ ਹੈ ਜਿਹਦੇ ਕਰਕੇ ਬੰਦੇ ਨੂੰ ਬਿਮਾਰੀ ਆ ਜਾਵੇ। ਤੇ ਬਾਇਓਸਾਈਕੋਸੋਸ਼ਲ ਜਿਹੜੇ ਕਾਜ਼ਜ਼ ਨੇ, 3 ਤਰੀਕੇ ਨਾਲ ਜਿਹੜੇ ਕਾਜ਼ਜ਼ ਹੈ ਇਹ ਅਲਟੀਮੇਟਲੀ ਇੱਕ ਕਾਰਨ ਬਣਦੇ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਵਿੱਚ ਇਸ ਤਰੀਕੇ ਦੀ ਬਿਮਾਰੀ ਦੇ ਹੋਣ ਦੇ ਵਿੱਚ। ਜਿਵੇਂ ਗੁਰਿੰਦਰ ਜੀ ਆਪਾਂ ਗੱਲ ਕੀਤੀ ਸੀ ਕਿ ਹੁਣ ਕਿ ਜਿਹੜੇ ਦਿਮਾਗੀ ਰਸਾਇਣਿਕ ਜਿਹੜੇ ਚੇਂਜਸ ਆਉਂਦੇ ਨੇ, ਤੇ ਇਹਦੇ ਲਈ ਸਿਰਫ ਦਵਾਈ ਦਾ ਹੱਲ ਹੈ ਜਾਂ ਇਹਦੇ ਇਲਾਵਾ ਹੋਰ ਵੀ ਕੋਈ ਹੱਲ ਹੈਗਾ? ਟ੍ਰੀਟਮੈਂਟ ਪਾਰਟ ਇਹਦਾ ਹੋਰ ਵੀ ਕੋਈ ਹੈਗਾ? ਬਿਲਕੁਲ ਸਰ। ਹੁਣ ਇੱਕ ਇੱਥੇ ਚੀਜ਼ ਇੰਪੋਰਟੈਂਟ ਹੈ ਸਮਝਣੀ ਕਿ ਪਹਿਲਾਂ ਤਾਂ ਜਿਹੜਾ ਇਹ ਬਾਈਪੋਲਰ ਡਿਸਆਰਡਰ ਹੈ, ਇੱਕ ਤਾਂ ਇਹ ਪ੍ਰੋਪਰਲੀ ਟਰੀਟ ਕੀਤਾ ਜਾ ਸਕਦਾ, ਇਹਦਾ ਪ੍ਰੋਪਰ ਇਲਾਜ ਹੈ। ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਐਪੀਸੋਡਸ 'ਚ ਬਿਮਾਰੀ ਆਉਂਦੀ ਹੈ, ਤਾਂ ਐਪੀਸੋਡ ਜਦੋਂ ਠੀਕ ਹੋ ਜਾਂਦਾ ਤਾਂ ਵਿਅਕਤੀ ਵੀ ਪੂਰੇ ਤਰੀਕੇ ਨਾਲ ਠੀਕ ਹੋ ਜਾਂਦਾ। ਦਵਾਈਆਂ ਦਾ ਡੈਫੀਨੇਟਲੀ ਬਹੁਤ ਇੰਪੋਰਟੈਂਟ ਰੋਲ ਇਹਦੇ ਵਿੱਚ ਰਹੇਗਾ। ਐਂਟੀ ਸਾਈਕੋਟਿਕ ਮੈਡੀਕੇਸ਼ਨਸ, ਮੂਡ ਸਟੇਬਲਾਈਜ਼ਰ ਮੈਡੀਕੇਸ਼ਨਸ ਹੈ ਜਿਹੜੀਆਂ ਕਿ ਦਵਾਈਆਂ ਨੇ ਜਿਹੜੀਆਂ ਕਿ ਇਹਦੇ ਦੌਰਾਨ ਦਿੱਤੀਆਂ ਜਾਂਦੀਆਂ ਨੇ। ਪਰ ਜਦੋਂ ਵਿਅਕਤੀ ਨੂੰ ਇਸ ਤਰੀਕੇ ਦਾ ਐਪੀਸੋਡ ਆਉਂਦਾ ਹੈ ਤਾਂ ਉਹਦਾ ਆਪਣੇ ਆਪ, ਉਹ ਕਈ ਵਾਰ ਆਪਣੇ ਆਪ ਲਈ ਵੀ ਖਤਰਾ ਬਣ ਜਾਂਦਾ ਹੈ ਪੇਸ਼ੈਂਟ, ਕਈ ਵਾਰ ਉਹ ਦੂਜਿਆਂ ਲਈ ਵੀ ਖਤਰਾ ਬਣ ਜਾਂਦਾ। ਇਸ ਕਰਕੇ ਉਹ ਹਸਪੀਟਲਾਈਜੇਸ਼ਨ, ਹਸਪਤਾਲ 'ਚ ਐਡਮਿਟ ਹੋਣਾ ਰეკਮੈਂਡ ਕੀਤਾ ਜਾਂਦਾ ਹੈ ਜਨਰਲੀ, ਤਾਂ ਕਿ ਜਿਹੜੇ ਲੱਛਣ ਹੈ ਉਹਨਾਂ ਨੂੰ ਸਹੀ ਤਰੀਕੇ ਨਾਲ ਹੈਂਡਲ ਕਰਿਆ ਜਾ ਸਕੇ ਤੇ ਸਮਝ ਆਵੇ ਕਿ ਬਿਮਾਰੀ ਦਾ ਨੇਚਰ ਕਿਸ ਤਰੀਕੇ ਦਾ, ਕਿੰਨੀ ਸੀਰੀਅਸ ਬਿਮਾਰੀ ਹੈਗੀ ਹੈ। ਤਾਂ ਇੱਕ ਇੰਪੋਰਟੈਂਟ ਐਸਪੈਕਟ ਜਿਵੇਂ ਕਿ ਮੈਂ ਦੱਸਿਆ ਹਸਪੀਟਲਾਈਜੇਸ਼ਨ ਹੋ ਗਿਆ। ਫਿਰ ਮੈਡੀਕੇਸ਼ਨ ਤਾਂ ਓਬਵੀਅਸਲੀ ਸਟਾਰਟ ਹੋ ਹੀ ਜਾਂਦੀ ਹੈ ਨਾਲ ਦੇ ਨਾਲ, ਤੇ 2 ਤੋਂ 3 ਹਫ਼ਤਿਆਂ ਦੇ ਵਿੱਚ ਦਵਾਈ ਵਧੀਆ ਤਰੀਕੇ ਨਾਲ ਅਸਰ ਕਰਨ ਲੱਗ ਜਾਂਦੀ ਹੈ। ਫਿਰ ਉਸ ਤੋਂ ਬਾਅਦ ਆਉਂਦਾ ਹੈ ਸੈਕਿੰਡ ਰੋਲ ਕਲੀਨਿਕਲ ਸਾਈਕੋਲੋਜਿਸਟ ਦਾ, ਜਿਹੜੇ ਕਿ ਉਰੇ ਬਿਮਾਰੀ ਦੀ ਸਮਝ ਦੇ ਉੱਤੇ ਗੱਲ ਕਰਦੇ ਨੇ। ਕਿਉਂਕਿ ਅਗਰ ਵਿਅਕਤੀ ਨੂੰ ਆਪਣੀ ਬਿਮਾਰੀ ਦੀ ਸਮਝ ਹੀ ਨਾ ਆਵੇ, ਕਿਉਂਕਿ ਜਦੋਂ ਵਿਅਕਤੀ ਅੱਛੇ ਮੂਡ 'ਚ ਉਹਨੂੰ ਤਾਂ ਸਭ ਕੁਝ ਹੀ ਅੱਛਾ ਲੱਗ ਰਿਹਾ, ਤਾਂ ਉਸ ਸਮੇਂ 'ਤੇ ਇਹ ਦੱਸਣਾ ਕਿ ਤੁਹਾਨੂੰ ਕਿਉਂ ਬਿਮਾਰੀ ਹੋਈ ਹੈ, ਕਿਸ ਤਰੀਕੇ ਨਾਲ ਬਿਮਾਰੀ ਹੋਈ ਹੈ, ਤੁਹਾਡੀ ਬਿਮਾਰੀ ਦਾ ਨੇਚਰ ਕਿਵੇਂ ਹੈ, ਕੀ ਲੱਛਣ ਹੈ, ਜਦੋਂ ਪੇਸ਼ੈਂਟ ਨੂੰ ਇਹਦੇ ਬਾਰੇ ਜਾਣਕਾਰੀ ਹੋਏਗੀ, ਉਹ ਅਗਲੀ ਵਾਰ ਅਗਰ ਇਸ ਤਰੀਕੇ ਦਾ ਐਪੀਸੋਡ ਹੁੰਦਾ, ਟ੍ਰਿਗਰ ਹੁੰਦਾ, ਤਾਂ ਉਹ ਡਾਕਟਰ ਕੋਲ ਆ ਕੇ ਇਲਾਜ ਸਹੀ ਤਰੀਕੇ ਨਾਲ ਲੈ ਸਕਦੇ ਨੇ। ਤਾਂ ਕਲੀਨਿਕਲ ਸਾਈਕੋਲੋਜਿਸਟ ਬੇਸਿਕਲੀ ਸਾਈਕੋ ਐਜੂਕੇਸ਼ਨ ਤੇ ਵਿਅਕਤੀ ਨੂੰ ਬਿਮਾਰੀ ਦੀ ਸਮਝ ਦੇ ਉੱਤੇ ਕਾਫੀ ਵਧੀਆ ਤਰੀਕੇ ਨਾਲ ਕੰਮ ਕਰਨਗੇ। ਇੱਕ ਹੋਰ ਚੀਜ਼ ਇੱਥੇ ਜਾਣਨਾ ਜ਼ਰੂਰੀ ਹੈ, ਹਸਪੀਟਲਾਈਜੇਸ਼ਨ ਕਿਉਂ ਰਿਕਵਾਇਰਡ ਹੁੰਦੀ ਹੈ, ਜਾਂ ਫਿਰ ਇਸ ਚੀਜ਼ ਬਾਰੇ ਖੁੱਲ੍ਹ ਕੇ ਗੱਲ ਕਰਨਾ ਪੇਸ਼ੈਂਟ ਨਾਲ, ਬਿਮਾਰੀ ਦੀ ਸਮਝ ਬਾਰੇ ਗੱਲ ਕਰਨਾ ਕਿਉਂ ਜ਼ਰੂਰੀ ਹੈ ਪੇਸ਼ੈਂਟ ਤੇ ਪਰਿਵਾਰ ਦੇ ਨਾਲ। ਅਕਸਰ ਦੇਖਿਆ ਜਾਂਦਾ ਕਿ ਪੇਸ਼ੈਂਟ ਕਈ ਵਾਰ ਦਵਾਈ ਡਾਕਟਰ ਦੀ ਬਿਨਾਂ ਸਲਾਹ ਤੋਂ ਜਾਂ ਆਪਣੀ ਮਰਜ਼ੀ ਦੇ ਨਾਲ ਹੀ ਬੰਦ ਕਰ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਹੁਣ ਤਾਂ ਮੈਂ ਬਿਲਕੁਲ ਠੀਕ ਹੋ ਗਿਆ, ਹੁਣ ਦਵਾਈ ਖਾਣ ਦੀ ਕੀ ਲੋੜ ਹੈ, ਜਿਹਦੇ ਕਰਕੇ ਅਕਸਰ ਰੀਲੈਪਸ ਹੋਣਾ, ਬਿਮਾਰੀ ਦਾ ਵਾਪਸ ਆ ਜਾਣਾ ਦੇਖਿਆ ਜਾਂਦਾ। ਇਸ ਕਰਕੇ ਹਸਪੀਟਲ 'ਚ ਲਿਆ ਕੇ ਪੇਸ਼ੈਂਟ ਨੂੰ ਐਡਮਿਟ ਕਰਕੇ ਦਵਾਈ ਦੇਣਾ ਜ਼ਰੂਰੀ ਰਹਿੰਦਾ ਹੈ, ਅਤੇ ਉਹਨਾਂ ਨੂੰ ਦਵਾਈ ਦੀ ਸਮਝ ਬਾਰੇ ਵੀ ਦੱਸਿਆ ਜਾਂਦਾ ਹੈ ਕਲੀਨਿਕਲ ਸਾਈਕੋਲੋਜਿਸਟ ਦੁਆਰਾ, ਤਾਂ ਕਿ ਜਦੋਂ ਵਾਪਸ ਘਰੇ ਜਾਣ ਉਹ ਆਪਣੀ ਮਰਜ਼ੀ ਨਾਲ ਦਵਾਈ ਨਾ ਛੱਡ ਦੇਣ। ਅਤੇ ਹੁਣ ਇਹ ਸਾਰਾ ਜਿਹੜਾ ਟਰੀਟਮੈਂਟ ਹੈ, ਇਹ ਓਵਰਆਲ ਟਰੀਟਮੈਂਟ ਬਾਈਪੋਲਰ ਦਾ ਇਲਾਜ ਕਰਨ ਵਿੱਚ ਮਦਦ ਕਰਦਾ। ਥੈਂਕ ਯੂ ਗੁਰਿੰਦਰ ਜੀ।
ਇਹ ਸੀਗੇ ਗੁਰਿੰਦਰ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਬਾਈਪੋਲਰ ਡਿਸਆਰਡਰ ਬਾਰੇ। ਅਗਲੀ ਵਾਰੀ ਆਪਾਂ ਫੇਰ ਮਿਲਾਂਗੇ। ਆਓ ਸਮਝੇ ਦੇ ਇੱਕ ਨਵੇਂ ਐਪੀਸੋਡ ਨਾਲ, ਇੱਕ ਨਵੇਂ ਐਕਸਪਰਟ ਨਾਲ। ਟਿਲ ਦੈਨ ਬੀ ਹੈਪੀ, ਸਟੇ ਹੈਲਦੀ।